ਗਵਰਨਮੈਂਟ ਜੌਬ ਸਰਕਾਰੀ ਨੌਕਰੀ ਤੇ ਉਹਦੇ ਵਿੱਚ ਹੁੰਦੀ ਹੈ ਜੀ ਜੀਐਸ ਜਨਰਲ ਸਟੱਡੀਜ਼ ਪੋਲਿਟੀ ਹਿਸਟਰੀ ਜੀਓਗ੍ਰਾਫੀ ਕਰੰਟ ਅਫੇਅਰਸ ਸਟੈਟਿਕ ਜੀਕੇ ਮਿਸਲੇਨੀਅਸ ਜੀਕੇ ਹੁਣ ਬਹੁਤ ਸਾਰੀ ਜੀਕੇ ਹੈਗੀ ਹੈ ਬਹੁਤ ਕੁਝ ਪੜ੍ਹਨਾ ਪਏਗਾ ਤੇ ਮਜ਼ੇ ਦੀ ਗੱਲ ਇਹ ਹੈਗੀ ਕਿ ਤੁਹਾਨੂੰ ਉਹ ਚੀਜ਼ਾਂ ਯਾਦ ਵੀ ਰੱਖਣੀਆਂ ਪੈਣਗੀਆਂ ਤਾਂ ਜਦ ਤੱਕ ਤੁਹਾਨੂੰ ਇਹ ਮੈਮਰੀ ਮੈਥਡਸ ਨਹੀਂ ਆਉਂਦੇ ਹੋਣਗੇ ਉਦੋਂ ਤੱਕ ਤੁਹਾਡੀ ਜਿਹੜੀ ਪੜ੍ਹਾਈ ਹੈਗੀ ਉਹ ਬੋਰਿੰਗ ਹੀ ਰਹੇਗੀ ਤਾਂ ਉਹਦਾ ਇੱਕ ਬਹੁਤ ਹੀ ਵਧੀਆ ਸੋਲੂਸ਼ਨ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਜੀ ਤਾਂ ਇੱਕ ਨਵੀਂ ਸੀਰੀਜ਼ ਬਣਾਈ ਹੈ ਤੁਹਾਡੇ ਵਾਸਤੇ ਉਹਦੇ ਵਿੱਚ ਜੀਕੇ ਦਾ ਜਿੰਨਾ ਵੀ ਡਾਟਾ ਹੈਗਾ ਸਾਰੇ ਦਾ ਸਾਰਾ ਬਹੁਤ ਵਧੀਆ ਤਰੀਕੇ ਨਾਲ ਕਵਰ ਕੀਤਾ ਗਿਆ ਬਹੁਤ ਵਧੀਆ ਮਤਲਬ ਇਸ ਤਰ੍ਹਾਂ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਹਾਨੂੰ ਉਹ ਜਿਹੜਾ ਹੈਗਾ ਇੱਕ ਵਾਰ ਪੜ੍ਹ ਕੇ ਹਮੇਸ਼ਾ ਲਈ ਯਾਦ ਹੋ ਜਾਏਗਾ ਤਾਂ ਅੱਜ ਆਪਾਂ ਇਹ ਸਿੱਖਣਾ ਵੀ ਮੈਮਰੀ ਮੈਥਡਸ ਬਣਾਏ ਕਿਵੇਂ ਜਾਂਦੇ ਨੇ ਮੈਮਰੀ ਜਿਹੜੀ ਹੈਗੀ ਉਹ ਵਰਕ ਕਿਵੇਂ ਕਰਦੀ ਹੈ ਤਾਂ ਮੈਮਰੀ ਮੈਥਡਸ ਬਣਾਉਣ ਦੇ ਤਰੀਕੇ ਕੀ ਹੋ ਸਕਦੇ ਆ ਉਹਦੇ ਉੱਤੇ ਆਪਾਂ ਵਰਕ ਕਰਾਂਗੇ ਇਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਹੀ ਮੈਮਰੀ ਮੈਥਡਸ ਬਣਾਉਣੇ ਆ ਜਾਣਗੇ ਤੁਸੀਂ ਕਿਸੇ ਵੀ ਡਾਟਾ ਦੇ ਉੱਤੇ ਆਪ ਵੀ ਬਣਾ ਸਕਦੇ ਹੋ ਕੋਈ ਬਹੁਤ ਵੱਡਾ ਕੰਮ ਨਹੀਂ ਹੁੰਦਾ ਤਾਂ ਇਹ ਚੀਜ਼ ਆਪਾਂ ਸਿੱਖਦੇ ਆ ਜੀ ਅੱਜ ਇਹਦੇ ਵਿੱਚ ਕੀ ਕੀ ਹੈਗਾ ਕਿਵੇਂ ਹੁੰਦਾ ਕੀ ਮੈਥਡਸ ਹੋ ਸਕਦੇ ਨੇ ਕਾਫੀ ਇੰਟਰਸਟਿੰਗ ਰਹੇਗੀ ਤਾਂ ਜਿਹੜਾ ਸਟੂਡੈਂਟ ਇਹ ਸਾਰੀ ਸੀਰੀਜ਼ ਦੇਖ ਲੇਗਾ ਸਾਰੇ ਲੈਕਚਰ ਸੁਣ ਲੇਗਾ ਬੇਸਿਕ ਟੈਕਨੀਕਸ ਤੋਂ ਬਾਅਦ ਜਿੰਨੀ ਵੀ ਸੀਰੀਜ਼ ਆਏਗੀ ਤਾਂ ਤੁਹਾਡੀ ਜਿਹੜੀ ਜੀਕੇ ਹੈ ਉਹ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿਵੇਂ ਤੁਹਾਨੂੰ ਹਮੇਸ਼ਾ ਲਈ ਯਾਦ ਹੋ ਜਾਏਗੀ ਤਾਂ ਸਟਾਰਟ ਕਰਦੇ ਆ ਜੀ ਇਹਦੇ ਵਿੱਚ ਕੀ ਹੈਗਾ ਦੇਖੋ ਸਭ ਤੋਂ ਪਹਿਲੀ ਚੀਜ਼ ਬਹੁਤ ਜ਼ਿਆਦਾ ਡਿਟੇਲਸ ਨਹੀਂ ਆਵਾਂਗੇ ਵੀ ਰਾਈਟ ਬ੍ਰੇਨ ਹੁੰਦਾ ਹੈ ਲੈਫਟ ਬ੍ਰੇਨ ਹੁੰਦਾ ਹੈ ਕਿਵੇਂ ਮੈਮਰੀ ਐਸੋਸੀਏਟ ਹੁੰਦੀ ਹੈ ਸੋ ਐਂਡ ਸੋ ਮੋਸਟ ਇੰਪੋਰਟੈਂਟ ਚੀਜ਼ਾਂ ਦੀ ਵਰਕ ਕਰਾਂਗੇ ਤਾਂ ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਬੇਸਿਕ ਟੈਕਨੀਕਸ ਦੇ ਵਿੱਚ ਐਸੋਸੀਏਸ਼ਨ ਠੀਕ ਹੈ ਜੀ ਹੁਣ ਦੇਖੋ ਇਹਦੇ ਵਿੱਚ ਕੀ ਹੈਗਾ ਐਸੋਸੀਏਸ਼ਨ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਨੂੰ ਯਾਦ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਉਹਨੂੰ ਐਸੋਸੀਏਟ ਕਰਦੇ ਹੋ ਤਾਂ ਟਰਾਈ ਹਮੇਸ਼ਾ ਕੀ ਕਰਨਾ ਹੈ ਕਿ ਡੇ ਟੂ ਡੇ ਲਾਈਫ ਐਕਟੀਵਿਟੀਜ਼ ਨਾਲ ਉਹਨੂੰ ਤੁਸੀਂ ਐਸੋਸੀਏਟ ਕਰੋ ਜੋ ਤੁਸੀਂ ਡੇਲੀ ਦੇਖ ਰਹੇ ਹੋ ਜੋ ਡੇਲੀ ਚੱਲ ਰਿਹਾ ਜ਼ਿਆਦਾ ਤੋਂ ਜ਼ਿਆਦਾ ਉਸ ਚੀਜ਼ ਨਾਲ ਐਸੋਸੀਏਟ ਕਰੋ ਪਹਿਲਾ ਸਟੈਪ ਤਾਂ ਇਹ ਹੁੰਦਾ ਕਿਸੇ ਚੀਜ਼ ਨੂੰ ਯਾਦ ਰੱਖਣ ਦੇ ਵਿੱਚ ਵੀ ਤੁਹਾਨੂੰ ਜਿਹੜਾ ਹੈਗਾ ਐਸੋਸੀਏਟ ਕਰਨਾ ਪਏਗਾ ਦੂਜੀ ਚੀਜ਼ ਇਹ ਹੁੰਦੀ ਹੈ ਜੀ ਦੂਜਾ ਸਟੈਪ ਹੁੰਦਾ ਵੀ ਤੁਸੀਂ ਉਹਨੂੰ ਵਿਜ਼ੂਅਲਾਈਜ਼ ਕਰੋ ਤਾਂ ਜੇ ਤੁਸੀਂ ਉਹਨੂੰ ਵਿਜ਼ੂਅਲਾਈਜ਼ ਕਰਦੇ ਹੋ ਤਾਂ ਉਹਦੀਆਂ ਤੁਸੀਂ ਫੋਟੋਜ਼ ਇਮੇਜਸ ਵੀਡੀਓਜ਼ ਦੇਖ ਸਕਦੇ ਹੋ ਤੀਜਾ ਸਟੈਪ ਕੀ ਹੁੰਦਾ ਜੀ ਤੀਜਾ ਸਟੈਪ ਹੁੰਦਾ ਵੀ ਤੁਸੀਂ ਜਦੋਂ ਇਹ ਚੀਜ਼ ਕਰ ਲਈ ਤਾਂ ਇੱਕ ਤੁਸੀਂ ਸਟੋਰੀ ਜਨਰੇਟ ਕਰੋ ਜਿਹੜੀ ਕਿ ਫਨੀ ਹੋਵੇ ਕਾਮੇਡੀ ਹੋਵੇ ਤਾਂ ਜੇ ਇਹ ਤਿੰਨੋਂ ਸਟੈਪਸ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਡਾ ਮੈਮਰੀ ਮੈਥਡ ਬਹੁਤ ਵਧੀਆ ਬਣ ਜਾਂਦਾ ਹੈ ਉਹ ਡਾਟਾ ਹਮੇਸ਼ਾ ਲਈ ਯਾਦ ਰਹਿ ਜਾਂਦਾ ਹੈ ਹੁਣ ਕਿਹਾ ਇਹ ਜਾਂਦਾ ਹੈ ਕਿ ਮੈਮਰੀ ਮੈਥਡ ਬਹੁਤ ਵਧੀਆ ਹੋ ਸਕਦਾ ਹੈ ਥੋੜਾ ਜਿਹਾ ਘੱਟ ਵਧੀਆ ਹੋ ਸਕਦਾ ਹੈ ਥੋੜਾ ਜਿਹਾ ਉਸ ਤੋਂ ਘੱਟ ਵਧੀਆ ਹੋ ਸਕਦਾ ਹੈ ਉਹ ਕਿਸ ਚੀਜ਼ ਤੇ ਡਿਪੈਂਡ ਕਰੇਗਾ ਉਹ ਤੁਹਾਡਾ ਹੈਗਾ ਜੇ ਮੰਨ ਲਓ ਇਹ ਚੀਜ਼ ਹੈ ਨਹੀਂ ਇਹ ਚੀਜ਼ ਹੈਗੀ ਹੈ ਇਹ ਚੀਜ਼ ਹੈ ਨਹੀਂ ਮਤਲਬ ਇਹਨਾਂ ਚੋਂ ਕਿਸੇ ਚੀਜ਼ ਦੀ ਜੇ ਕਮੀ ਹੈ ਤਾਂ ਮੈਮਰੀ ਮੈਥਡ ਥੋੜਾ ਜਿਹਾ ਘੱਟ ਵਧੀਆ ਹੋਏਗਾ ਜੇ ਮੰਨ ਲਓ ਇਹ ਵੀ ਹੈ ਤੇ ਇਹ ਵੀ ਹੈ ਤਾਂ ਮੈਮਰੀ ਮੈਥਡ ਬਹੁਤ ਵਧੀਆ ਹੋਏਗਾ ਤਾਂ ਇਹਨਾਂ ਚੀਜ਼ਾਂ ਤੇ ਮੈਟਰ ਕਰਦਾ ਹੈ ਜੇ ਤੁਸੀਂ ਵਿਜ਼ੂਅਲਾਈਜੇਸ਼ਨ ਵਧੀਆ ਕਰ ਲੈਂਦੇ ਹੋ ਫੋਟੋਜ਼ ਇਮੇਜਸ ਨਾਲ ਐਸੋਸੀਏਟ ਕਰ ਲੈਂਦੇ ਹੋ ਸਟੋਰੀ ਜਨਰੇਟ ਕਰ ਲੈਂਦੇ ਹੋ ਤਾਂ ਤੁਹਾਡਾ ਮੈਮਰੀ ਮੈਥਡ ਬਹੁਤ ਵਧੀਆ ਰਹਿੰਦਾ ਹੈ ਬਹੁਤ ਵਧੀਆ ਰਹਿੰਦਾ ਕੀ ਮਤਲਬ ਹੈ ਕਿ ਤੁਹਾਨੂੰ ਉਹ ਬਹੁਤ ਦੇਰ ਤੱਕ ਯਾਦ ਰਹੇਗਾ ਠੀਕ ਹੈ ਜੀ ਤਾਂ ਤੁਸੀਂ ਜਦੋਂ ਸਾਰੀ ਸੀਰੀਜ਼ ਦੇਖੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਕਿੰਨੀਆਂ ਬੈਨੀਫੀਸ਼ੀਅਲ ਚੀਜ਼ਾਂ ਨੇ ਕਿੰਨੀਆਂ ਜ਼ਿਆਦਾ ਇਹਦੀਆਂ ਐਡਵਾਂਟੇਜਸ ਨੇ ਤਾਂ ਤੁਸੀਂ ਐਸੋਸੀਏਸ਼ਨ ਕੀਤੀ ਵਿਜ਼ੂਅਲਾਈਜੇਸ਼ਨ ਕੀਤੀ ਸਟੋਰੀ ਜਨਰੇਟ ਕੀਤੀ ਫਨੀ ਕਾਮੇਡੀ ਤੁਹਾਨੂੰ ਉਹ ਹਮੇਸ਼ਾ ਲਈ ਚੀਜ਼ ਯਾਦ ਰਹੇਗੀ ਤਾਂ ਇਹ ਚੀਜ਼ ਕਰਨ ਦੀ ਕੋਸ਼ਿਸ਼ ਕਰਨੀ ਹੈ ਇਹ ਹੌਲੀ ਹੌਲੀ ਜਲਦੀ ਤੋਂ ਜਲਦੀ ਆ ਜਾਂਦੀ ਹੈ ਜਲਦੀ ਤੋਂ ਜਲਦੀ ਆ ਜਾਂਦੀ ਹੈ ਠੀਕ ਹੈ ਜੀ ਤਾਂ ਹੁਣ ਇਹਦੇ ਵਿੱਚ ਕੀ ਹੈ ਜਿਵੇਂ ਥੋੜੀ ਜਿਹੀ ਐਗਜ਼ਾਮਪਲ ਆਪਾਂ ਇਹਦੀ ਲੈਂਦੇ ਆ ਟ੍ਰੋਪਿਕ ਆਫ ਕੈਂਸਰ ਹੁਣ ਜਦੋਂ ਆਪਾਂ ਟ੍ਰੋਪਿਕ ਆਫ ਕੈਂਸਰ ਪੜ੍ਹਦੇ ਆ ਤਾਂ ਡੇ ਟੂ ਡੇ ਲਾਈਫ ਐਕਟੀਵਿਟੀਜ਼ ਦੇ ਵਿੱਚ ਆਪਾਂ ਕਹਿੰਦੇ ਆ ਮੰਨ ਲਓ ਤੁਸੀਂ ਜਿਹੜਾ ਹੈਗਾ ਕਿਸੇ ਨੂੰ ਚਾਹ ਸਰਵ ਕਰਨ ਜਾ ਰਹੇ ਹੋ ਤਾਂ ਉਹਨੂੰ ਤੁਸੀਂ ਕੀ ਕਹੋਗੇ ਚਾਹ ਸਰਵ ਕਰਨ ਜਾ ਰਹੇ ਹੋ ਤਾਂ ਹੁਣ ਹੋਇਆ ਕਿ ਚਾਹ ਗਲਤੀ ਨਾਲ ਗਰਮ ਦਿੱਤੀ ਗਈ ਤਾਂ ਰਿਐਕਸ਼ਨ ਕੀ ਹੁੰਦਾ ਉਹਦਾ ਬੰਦੇ ਦਾ ਘਰ ਚ ਉਹ ਗਰਮ ਸੀ ਜੇ ਬਾਲੀ ਜ਼ਿਆਦਾ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਬਸ ਯਾਦ ਹੋ ਗਿਆ ਹਮੇਸ਼ਾ ਲਈ ਹੁਣ ਇਹਦੇ ਵਿੱਚ ਕੀ ਹੈਗਾ ਇਹ ਚੀਜ਼ ਡੇ ਟੂ ਡੇ ਲਾਈਫ ਐਕਟੀਵਿਟੀਜ਼ ਦੇ ਵਿੱਚ ਹੀ ਹੈ ਤੁਸੀਂ ਵਿਜ਼ੂਅਲਾਈਜ਼ ਵੀ ਕਰ ਲਿਆ ਵੀ ਕਿਵੇਂ ਆਪਾਂ ਰਿਐਕਸ਼ਨ ਦਿੰਦੇ ਹੁੰਦੇ ਆ ਐਸੋਸੀਏਸ਼ਨ ਵੀ ਹੋ ਗਿਆ ਇੱਕ ਸਟੋਰੀ ਜੀ ਵੀ ਜਨਰੇਟ ਹੋ ਗਈ ਤਾਂ ਤੁਹਾਨੂੰ ਯਾਦ ਰਹਿ ਜਾਊਗਾ ਗਰਮ ਸੀ ਜੇ ਬਾਲੀ ਜ਼ਿਆਦਾ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਤਾਂ ਹੁਣ ਇਹਦੇ ਵਿੱਚ ਕੁਝ ਵਰਡਸ ਐਕਸਟਰਾ ਵੀ ਹੁੰਦੇ ਨੇ ਜਿਹੜੇ ਕਿ ਇਸ ਲਾਈਨ ਨੂੰ ਕੰਪਲੀਟ ਕਰਦੇ ਨੇ ਤਾਂ ਇੱਥੋਂ ਆਪਾਂ ਨੂੰ ਮਿਲ ਜੂਗਾ ਗਰਮ ਸੀ ਜੇ ਬਾਲੀ ਜ਼ਿਆਦਾ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਇਹ ਲੈਫਟ ਟੂ ਰਾਈਟ ਵੈਸਟ ਟੂ ਈਸਟ
ਇਸੀ ਆਰਡਰ ਦੇ ਵਿੱਚ ਸਟੇਟਸ ਨੇ। ਉਸ ਤੋਂ ਬਾਅਦ ਜੋ ਰਹਿ ਜਾਂਦਾ ਹੁੰਦਾ ਹੈ ਉਹ ਤੁਸੀਂ ਜਿਹੜਾ ਹੈਗਾ ਦੇਖ ਸਕਦੇ ਹੋ, ਜਿਵੇਂ ਐਮ ਰਿਪੀਟ ਹੋ ਰਿਹਾ ਤਾਂ ਐਮ ਉਰੇ ਮਿਜ਼ੋਰਮ ਵੀ ਹੋ ਸਕਦਾ ਹੈ, ਮੱਧ ਪ੍ਰਦੇਸ਼ ਵੀ ਹੋ ਸਕਦਾ ਹੈ, ਇਹ ਵੀ ਹੋ ਸਕਦਾ, ਉਹ ਵੀ ਹੋ ਸਕਦਾ। ਤਾਂ ਇੱਥੇ ਥੋੜਾ ਜਿਹਾ ਹੋਰ ਕੋਈ ਮੈਮਰੀ ਮੈਥਡ ਲਾ ਦਿਓ। ਇੱਥੇ ਕੀ ਹੈਗਾ, ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ ਹਿੰਦੀ ਦਾ ਵਰਡ ਮੱਧਿਆ ਹੈ ਤਾਂ ਇਹ ਮੱਧਿਆ ਦੇ ਵਿੱਚ ਆ ਰਹੀ ਹੈ ਤਾਂ ਇਹ ਮੱਧ ਪ੍ਰਦੇਸ਼। ਇਹ ਕੀ ਹੈ ਜੀ, ਆਰਾਮ ਨਾਲ ਕੀਤਾ ਹੈ, ਮਜ਼ੇ ਨਾਲ ਕੀਤਾ ਤਾਂ ਮਿਜ਼ੋਰਮ। ਬਾਕੀ ਕਿਸੇ ਡਾਊਟ ਆਏਗਾ ਨਹੀਂ। ਹੁਣ ਆਬਵੀਅਸਲੀ ਮ ਤਾਂ ਤੁਸੀਂ ਮਹਾਰਾਸ਼ਟਰ ਤਾਂ ਲਾਓਗੇ ਨਹੀਂ ਤਾਂ ਉਹ ਵੀ ਕਲੈਰਿਟੀ ਹੋਗੀ। ਤਾਂ ਇਸ ਤਰ੍ਹਾਂ ਦੇ ਕਾਫੀ ਮੈਥਡਸ ਨੇ। ਹੋਰ ਤੁਸੀਂ ਕੀ ਕਰ ਸਕਦੇ ਹੋ, ਦੇਖੋ ਜਦੋਂ ਤੁਸੀਂ ਮੈਮਰੀ ਮੈਥਡਸ ਬਣਾ ਰਹੇ ਹੁੰਦੇ ਹੋ ਨਾ, ਜਾਂ ਤੁਸੀਂ ਆਪਣੇ ਨੋਟਸ ਬਣਾ ਰਹੇ ਹੁੰਦੇ ਹੋ, ਤਾਂ ਇੱਕ ਚੀਜ਼ ਹੋਰ ਯੂਜ਼ ਕਰਕੇ ਦੇਖਿਓ, ਬਹੁਤ ਬੈਨੀਫੀਸ਼ੀਅਲ ਰਹੇਗੀ ਕਿ ਮਿਕਸਚਰ ਆਫ ਲੈਂਗੁਏजेस। ਤੁਹਾਡੇ ਜਿਹੜੇ ਨੋਟਸ ਨੇ ਨਾ ਉਹ ਮਿਕਸ ਲੈਂਗੁਏਜ ਹੋਣੇ ਚਾਹੀਦੇ ਆ, ਵਿੱਚ ਹੀ ਇੰਗਲਿਸ਼ ਆ ਗਈ, ਵਿੱਚ ਹੀ ਪੰਜਾਬੀ ਆ ਗਈ, ਵਿੱਚ ਹੀ ਹਿੰਦੀ ਆ ਗਈ। ਤੁਹਾਨੂੰ ਪਤਾ ਲੱਗੂਗਾ ਫਿਰ ਹਮੇਸ਼ਾ ਤੁਹਾਨੂੰ ਕਿਵੇਂ ਉਹ ਚੀਜ਼ ਯਾਦ ਰਹੇਗੀ। ਤਾਂ ਲੈਂਗੁਏजेस ਦਾ ਮਿਕਸਚਰ ਚਾਹੀਦਾ ਹੈ। ਜੇ ਇਸ ਤੋਂ ਇਲਾਵਾ ਤੁਹਾਨੂੰ ਹੋਰ ਕੋਈ ਲੈਂਗੁਏਜ ਆਉਂਦੀ ਹੈ ਤਾਂ ਉਹ ਵੀ ਵਿੱਚ ਲੈ ਆਓ। ਨੋਟਸ ਹਮੇਸ਼ਾ ਇਸ ਤਰ੍ਹਾਂ ਬਣਾਓ ਜੇ ਬਣਾ ਰਹੇ ਹੋ। ਉਸ ਤੋਂ ਬਾਅਦ ਸਮ ਔਨ ਪਰਸਨਲ ਕੋਡਿੰਗ, ਤਾਂ ਇਹ ਵੀ ਚੀਜ਼ ਮੈਥਡ ਬਹੁਤ ਕਾਮਯਾਬ ਰਹਿੰਦਾ ਜੀ ਮੈਮਰੀ ਮੈਥਡ ਦੇ ਵਿੱਚ। ਮੰਨ ਲਓ ਉੱਤਰ ਪ੍ਰਦੇਸ਼ ਹੈ, ਉੱਤਰ ਪ੍ਰਦੇਸ਼ ਨੂੰ ਤੁਸੀਂ ਉੱਪਰ ਮੰਨ ਲਓ, ਆਂਧਰਾ ਪ੍ਰਦੇਸ਼ ਹੈ ਇਹਨੂੰ ਅੰਦਰ ਮੰਨ ਲਓ, ਬਿਹਾਰ ਹੈ ਇਹਨੂੰ ਬਾਹਰ ਮੰਨ ਲਓ, ओडिशा ਇਹਨੂੰ ਅਨੀਅਨ ਮੰਨ ਸਕਦੇ ਹੋ, ਪਿਆਜ਼ ਮੰਨ ਸਕਦੇ ਹੋ, ਤੇਲੰਗਾਨਾ ਇਹਨੂੰ ਤੇਲ ਮੰਨ ਸਕਦੇ ਹੋ। ਤਾਂ ਇੱਕ ਜਸਟ ਐਗਜ਼ਾਮਪਲਸ ਦਿੱਤੀਆਂ ਹੋਈਆਂ ਵੀ ਤੁਹਾਡੀਆਂ ਪਰਸਨਲ ਕੋਡਿੰਗਸ ਹੋ ਸਕਦੀਆਂ ਨੇ। ਕੋਈ ਵੀ ਸਟੇਟ ਹੈਗੀ ਹੈ, ਕੋਈ ਵੀ ਸਿਟੀ ਹੈਗੀ ਹੈ, ਪਲੇਸ ਹੈਗੀ ਹੈ, ਬੰਦੇ ਦਾ ਨਾਮ ਹੈਗਾ, ਤਾਂ ਤੁਸੀਂ ਉਹਨੂੰ ਆਪਣੇ ਅਕੋਰਡਿੰਗ ਕੁਝ ਕੋਡਿੰਗ ਦੇ ਸਕਦੇ ਹੋ, ਉਹਦੇ ਨਾਲ ਫਿਰ ਐਸੋਸੀਏਟ ਕਰ ਸਕਦੇ ਹੋ। ਮੰਨ ਲਓ ਕੋਈ ਕਰੰਟ ਅਫੇਅਰ ਚੱਲ ਰਿਹਾ ਹੈ ਵੀ ਵੈਜੀਟੇਬਲਸ 'ਚ ਟੌਪ ਕਿਹਨੇ ਕੀਤਾ ਹੈ ਜਾਂ ਫਿਰ ਫਰੂਟਸ ਦੇ ਵਿੱਚ ਟੌਪ ਕਿਹਨੇ ਕੀਤਾ ਹੈ, ਠੀਕ ਹੈ। ਹੁਣ ਆਪਾਂ ਜਿਹੜਾ ਹੈਗਾ ਮੰਨ ਲੈਂਦੇ ਆ, ਕੋਈ ਵੀ ਇਹਦੇ ਚੋਂ ਚੀਜ਼ ਲੈ ਲੈਂਦੇ ਆ, ਜਿਵੇਂ ਆਪਾਂ ਵੈਜੀਟੇਬਲਸ ਤੇ ਇਹਦੀ ਲੈ ਲੈਂਦੇ ਆ ਫਰੂਟਸ ਦੀ, ਠੀਕ ਹੈ। ਤਾਂ ਰੀਸੈਂਟਲੀ ਨਿਊਜ਼ ਹੈਗੀ ਹੈ, ਤੁਸੀਂ ਸੁਣੀ ਹੋਏਗੀ। ਤਾਂ ਉਹਦੇ ਵਿੱਚ ਕੀ ਹੈਗਾ, ਜਦੋਂ ਆਪਾਂ ਇਹਦੀ ਗੱਲ ਕਰੀਏ, ਪਹਿਲਾਂ ਤੁਸੀਂ ਵਿਜ਼ੂਅਲਾਈਜੇਸ਼ਨ ਕਰਨੀ ਹੈ, ਐਸੋਸੀਏਸ਼ਨ ਕਰਨੀ ਹੈ। ਹੁਣ ਇਹਦੇ ਵਿੱਚ ਕੀ ਹੈ, ਜਦੋਂ ਤੁਸੀਂ ਆਪਣੇ ਘਰ ਦੇ ਅੰਦਰ ਗਏ, ਠੀਕ ਹੈ, ਤਾਂ ਇੱਥੋਂ ਅੰਦਰ ਤੋਂ ਆਂਧਰਾ ਪ੍ਰਦੇਸ਼, ਤੁਸੀਂ ਉੱਥੇ ਕੀ ਦੇਖਿਆ? ਜਦੋਂ ਤੁਸੀਂ ਅੰਦਰ ਗਏ ਤਾਂ ਤੁਸੀਂ ਫਰੂਟਸ ਦੇਖੇ। ਹੁਣ ਇਸ ਤਰ੍ਹਾਂ ਵਿਜ਼ੂਅਲਾਈਜ਼ ਕਰ ਲਓ, ਤੁਹਾਨੂੰ ਆਪਣਾ ਘਰ ਤਾਂ ਪਤਾ ਹੀ ਹੈ, ਤੁਸੀਂ ਉੱਥੇ ਅੰਦਰ ਜਾ ਰਹੇ ਹੋ, ਟੇਬਲ ਦੇ ਉੱਤੇ ਬਹੁਤ ਸਾਰੇ ਫਰੂਟਸ ਪਏ ਨੇ। ਇੱਕ ਵਾਰ ਇਹ ਵਿਜ਼ੂਅਲਾਈਜੇਸ਼ਨ ਕਰ ਲਓ, ਬਹੁਤ ਸਾਰੇ ਮਤਲਬ ਬਹੁਤ ਸਾਰੇ ਫਰੂਟਸ ਪਏ ਨੇ। ਹੁਣ ਤਾਂ ਵਿਜ਼ੂਅਲਾਈਜ਼ ਹੋ ਗਿਆ ਹੋਏਗਾ, ਠੀਕ ਹੈ ਜੀ। ਤਾਂ ਤੁਸੀਂ ਦੇਖਿਆ ਜੀ ਉੱਥੇ ਫਰੂਟਸ ਪਏ ਆ, ਤਾਂ ਫਰੂਟਸ ਦੇ ਵਿੱਚ ਟੌਪ ਤੇ ਕੌਣ ਹੈ? ਮੰਨ ਲਓ ਇਹ ਹੈਗੀ ਹੈ ਤਾਂ ਆਂਧਰਾ ਪ੍ਰਦੇਸ਼। ਹੁਣ ਤੁਸੀਂ ਦੇਖਿਆ ਵੀ ਆਹ ਕੀ ਚੱਕਰ ਹੈ, ਤੁਸੀਂ ਉਹ ਤੋਂ ਬਾਅਦ ਉੱਪਰ ਚਲੇ ਗਏ, ਉੱਪਰ ਜਾ ਕੇ ਸਬਜ਼ੀਆਂ ਹੀ ਸਬਜ਼ੀਆਂ ਪਈਆਂ ਸੀ, ਪਤਾ ਨਹੀਂ ਕੀ ਚੱਕਰ ਹੈ। ਤਾਂ ਉੱਪਰ ਗਏ, ਉਵੇਂ ਵਿਜ਼ੂਅਲਾਈਜੇਸ਼ਨ ਕਰ ਲਓ, ਐਸੋਸੀਏਸ਼ਨ ਕਰ ਲਓ। ਉੱਪਰ ਗਏ, ਉੱਪਰ ਵੈਜੀਟੇਬਲ ਸੀਗੇ, ਤਾਂ ਇਸ ਤਰ੍ਹਾਂ ਇਹ ਐਸੋਸੀਏਸ਼ਨ ਹੋ ਗਈ। ਤਾਂ ਇਹਦੇ ਨਾਲ ਕੀ ਹੋਇਆ ਜੀ, ਉੱਤਰ ਪ੍ਰਦੇਸ਼ ਵੈਜੀਟੇਬਲਸ ਟੌਪ ਤੇ ਹੈ, ਫਰੂਟਸ ਆਂਧਰਾ ਪ੍ਰਦੇਸ਼ ਚ ਟੌਪ ਤੇ ਹੈ। ਇਹ ਹਮੇਸ਼ਾ ਲਈ ਯਾਦ ਰਹਿ ਜਾਊਗਾ ਕਿਉਂਕਿ ਤੁਸੀਂ ਐਸੋਸੀਏਸ਼ਨ ਵਿਜ਼ੂਅਲਾਈਜੇਸ਼ਨ ਕਰ ਲਈ, ਕਾਮੇਡੀ ਜਨਰੇਟ ਕਰ ਲਈ, ਫਨ ਜਨਰੇਟ ਕਰ ਲਿਆ, ਸਟੋਰੀ ਜਨਰੇਟ ਕਰ ਲਈ। ਨਹੀਂ ਤਾਂ ਜਿਸ ਟਾਈਮ ਤੇ ਪੜ੍ਹ ਰਹੇ ਹੋ ਉਹ ਤਾਂ ਇਹ ਲੱਗਦਾ ਹੁੰਦਾ ਹੈ ਵੀ ਇਹ ਤਾਂ ਬਹੁਤ ਆਸਾਨ ਹੈ, ਯਾਦ ਰਹਿ ਜਾਊਗਾ ਵੀ ਇਹਦੇ ਚ ਕੀ ਹੈ। ਪਰ ਜਦੋਂ ਪੇਪਰ ਦੇ ਵਿੱਚ ਆਉਂਦਾ ਨਾ, ਫਿਰ ਡਾਊਟ ਆਉਂਦਾ ਹੈ ਵੀ ਯਾਰ ਪੜਿਆ ਤਾਂ ਸੀਗਾ, ਪਰ ਆਂਧਰਾ ਪ੍ਰਦੇਸ਼ ਪੜਿਆ ਸੀ, ਉੱਤਰ ਪ੍ਰਦੇਸ਼ ਪੜਿਆ ਸੀ, ਇੱਥੇ ਫਰੂਟ ਸੀ ਕਿ ਇੱਥੇ ਵੈਜੀਟੇਬਲ ਸੀਗਾ। ਸਿਮਿਲਰਲੀ ਮੰਨ ਲਓ ਉੜੀਸਾ ਅਨੀਅਨ ਹੈ, ਸਾਈਕਲੋਨ ਗੁਲਾਬ ਹੈ, ਤਾਂ ਕਈ ਵਾਰ ਲੌਜੀਕਲ ਰੀਜ਼ਨਿੰਗ ਵੀ ਲੱਗ ਜਾਂਦੀ ਹੈ ਮੈਮਰੀ ਮੈਥਡਸ ਦੇ ਵਿੱਚ। ਥੋੜੀ ਜਿਹੀ ਤੁਹਾਨੂੰ ਹੋਰ ਜਿਹੜਾ ਨਿਊਜ਼ ਪਤਾ ਉਹਦੇ ਨਾਲ ਐਸੋਸੀਏਟ ਕਰ ਸਕਦੇ ਹੋ। ਹੁਣ ਜੇ ਇਹਦੇ ਵਿੱਚ ਦੇਖੀਏ ਆਪਾਂ, ਹੁਣ ਗੁਲਾਬ ਹੈ, ਗੁਲਾਬ ਤੋਂ ਗੁਲਾਬੀ, ਗੁਲਾਬੀ ਤੋਂ ਪਿੰਕ, ਦੇਖੋ ਲੌਜੀਕਲ ਰੀਜ਼ਨਿੰਗ, ਗੁਲਾਬ ਤੋਂ ਗੁਲਾਬੀ, ਗੁਲਾਬੀ ਤੋਂ ਪਿੰਕ, ਪਿੰਕ ਤੋਂ ਪਿੰਕ ਰੈਵੋਲੂਸ਼ਨ, ਪਿੰਕ ਰੈਵੋਲੂਸ਼ਨ ਕਾਹਦੇ ਨਾਲ ਰਿਲੇਟਡ ਹੈ? ਅਨੀਅਨ ਨਾਲ, ਅਨੀਅਨ ਕਾਹਦੇ ਨਾਲ ਰਿਲੇਟਡ ਹੈ? ਉੜੀਸਾ ਨਾਲ। ਤਾਂ ਐਵੇਂ ਵੀ ਹੋ ਜਾਂਦਾ ਹੁੰਦਾ ਜੀ ਮੈਮਰੀ ਮੈਥਡਸ ਦੇ ਵਿੱਚ। ਤੁਹਾਡੀ ਜਿਹੜੀ ਨੌਲੇਜ ਆ ਉਹ ਤੁਹਾਨੂੰ ਹੀ ਸਭ ਤੋਂ ਜ਼ਿਆਦਾ ਕੰਮ ਆਣੀ ਹੈ। ਤਾਂ ਉੜੀਸਾ ਨੂੰ ਅਨੀਅਨ ਮੰਨ ਲਓ, ਉੜੀਸਾ ਦੀ ਕੋਈ ਵੀ ਨਿਊਜ਼ ਹੈ ਉਹਨੂੰ ਅਨੀਅਨ ਜਾਂ ਪਿਆਜ਼ ਨਾਲ ਰਿਲੇਟ ਕਰ ਸਕਦੇ ਹੋ, ਜਿਵੇਂ ਮਰਜ਼ੀ ਘੁਮਾ ਕੇ ਕਰ ਸਕਦੇ ਹੋ। ਤਾਂ ਇਹ ਵੀ ਹੋ ਗਿਆ। ਹੁਣ ਮੰਨ ਲਓ ਤੇਲੰਗਾਨਾ ਹੈ, ਤੇਲੰਗਾਨਾ ਨੂੰ ਤੇਲ ਮੰਨ ਲਓ, ਇਹਨੂੰ ਜੇ ਤੇਲੰਗਾਨਾ ਦੀ ਕੋਈ ਵੀ ਨਿਊਜ਼ ਹੈਗੀ ਹੈ ਤਾਂ ਉਹਨੂੰ ਤੁਸੀਂ ਤੇਲ ਨਾਲ ਐਸੋਸੀਏਟ ਕਰ ਸਕਦੇ ਹੋ। ਜਿਵੇਂ ਅੰਬਰਾਬਾਦ ਹੈਗਾ ਤਾਂ ਅੰਬਰਾਬਾਦ ਨੂੰ ਅੰਬ ਕਹਿ ਸਕਦੇ ਹੋ, ਆਪਣੇ ਜਿਹੜਾ ਹੈਗਾ ਵਰਡਸ ਤੁਸੀਂ ਆਪਣੇ ਕੰਫਰਟ ਚ ਯੂਜ਼ ਕਰ ਸਕਦੇ ਹੋ। ਤਾਂ ਅੰਬਰਾਬਾਦ ਨੂੰ ਅੰਬ ਕਹਿ ਸਕਦੇ ਹੋ, ਆਪਾਂ ਕਹਿੰਦੇ ਅੰਬ ਲੈਣ ਗਿਆ ਸੀ, ਤੇਲ ਲੈਣ ਗਿਆ ਸੀ, ਤਾਂ ਐਵੇਂ ਯਾਦ ਹੋ ਗਿਆ। ਤਾਂ ਇਹ ਸਾਰੀਆਂ ਚੀਜ਼ਾਂ। ਹੁਣ ਬਿਹਾਰ ਹੈ, ਬਾਹਰ ਹੈ, ਮੰਨ ਲਓ ਉੱਥੇ ਦਾ ਗਵਰਨਰ ਇਸ ਟਾਈਮ ਤੇ ਫਾਗੂ ਚੌਹਾਨ ਹੈ,
ਤਾਂ ਫਾਗੂ ਫੱਗਣ ਦਾ ਬਹੁਤ ਵਧੀਆ ਮੌਸਮ ਹੁੰਦਾ ਹੈ, ਸਾਰੇ ਬਾਹਰ ਘੁੰਮਦੇ ਰਹਿੰਦੇ ਨੇ, ਬਾਹਰ ਹੀ ਤੁਰੇ ਰਹਿੰਦੇ ਨੇ। ਤਾਂ ਬਿਹਾਰ। ਤਾਂ ਤੁਹਾਨੂੰ ਜਸਟ ਇੱਕ ਐਗਜ਼ਾਮਪਲ ਦੇ ਰਿਹਾ ਤਾਂ ਕਿ ਤੁਹਾਨੂੰ ਬੇਸਿਕ ਚੀਜ਼ ਸਮਝ ਆਵੇ। ਬਾਕੀ ਜਿਹੜਾ ਹੈਗਾ ਮੈਕਸਿਮਮ ਜੀਕੇ ਆਲਮੋਸਟ ਸਾਰੀ ਜੀਕੇ ਜਿਹੜਾ ਹੈਗਾ ਇਸ ਮੈਥਡਸ ਨਾਲ ਇਹ ਸੀਰੀਜ਼ ਦੇ ਵਿੱਚ ਕਵਰ ਕਰ ਦਿੱਤੀ ਗਈ ਹੈ। ਤੁਸੀਂ ਜਦੋਂ ਸਾਰੀਆਂ ਵੀਡੀਓਜ਼ ਦੇਖ ਲਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਵੀ ਕੀ ਚੀਜ਼ ਹੈ। ਠੀਕ ਹੈ ਜੀ। ਹੁਣ ਕਈ ਵਾਰ ਜਿਹੜਾ ਹੈਗਾ ਨਾ ਤੁਹਾਨੂੰ ਨੋਟਸ ਦੇ ਵਿੱਚ ਵੱਡੇ ਵਰਡਸ ਯੂਜ਼ ਕਰਨੇ ਚਾਹੀਦੇ ਨੇ। ਜਦੋਂ ਤੁਸੀਂ ਨੋਟਸ ਬਣਾ ਰਹੇ ਹੋ ਨਾ, ਬਿਨਾਂ ਮਤਲਬ ਤੋਂ ਵੀ ਬਹੁਤ ਵੱਡਾ ਲਿਖਣਾ ਸ਼ੁਰੂ ਕਰ ਦਿਓ ਜਾਂ ਬਹੁਤ ਛੋਟਾ ਲਿਖਣਾ ਸ਼ੁਰੂ ਕਰ ਦਿਓ। ਮੰਨ ਲਓ ਕੁਝ ਵੀ ਲਿਖ ਰਹੇ ਹੋ ਤੁਸੀਂ ਤਾਂ ਜਾਂ ਤਾਂ ਬਹੁਤ ਵੱਡਾ ਲਿਖਣਾ ਸ਼ੁਰੂ ਕਰ ਦਿਓ, ਕੋਈ ਵਰਡ ਤੁਹਾਨੂੰ ਨਹੀਂ ਯਾਦ ਹੋ ਰਿਹਾ ਤਾਂ ਨੋਟਸ ਉਹਨੂੰ ਬਹੁਤ ਵੱਡਾ ਲਿਖ ਦਿਓ, ਜਾਂ ਉਹਨੂੰ ਛੋਟਾ। ਮੰਨ ਲਓ ਕੋਈ ਛੋਟੀ ਚੀਜ਼ ਪੜ੍ਹ ਰਹੇ ਹੋ ਤੁਸੀਂ ਵੀ ਜਿਹੜਾ SAS ਹੈ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈਗਾ, ਉਹ ਸਮੋਲੈਸਟ ਹੈਗਾ। ਸੈਂਸਸ ਪੜ੍ਹ ਰਹੇ ਹੋ ਤਾਂ ਉਹਨੂੰ ਜਿਹੜਾ ਹੈਗਾ ਇਸ ਤਰ੍ਹਾਂ ਲਿਖ ਲਓ। ਤਾਂ ਇਹ ਚੀਜ਼ ਵੀ ਬੈਨੀਫੀਸ਼ੀਅਲ ਰਹਿੰਦੀ ਹੈ। ਬੇਸਿਕਲੀ ਤੁਹਾਨੂੰ ਟੈਕਨੀਕਸ ਦੱਸ ਰਿਹਾ, ਮੈਥਡਸ ਦੱਸ ਰਿਹਾ ਵੀ ਮੈਮਰੀ ਮੈਥਡਸ ਬਣਦੇ ਕਿਵੇਂ ਨੇ। ਪ੍ਰੋਬਲਮ ਹੁੰਦੀ ਹੈ ਜੀ ਸਟੂਡੈਂਟਸ ਨੂੰ ਜਦੋਂ ਵਰਡਸ ਬਹੁਤ ਡਿਫਿਕਲਟ ਆ ਜਾਂਦੇ ਨੇ, ਉਹਨੂੰ ਪ੍ਰੋਨੰਸੀਏਸ਼ਨ 'ਚ ਪ੍ਰੋਬਲਮ ਆ ਜਾਂਦੀ ਹੈ, ਉਹ ਪ੍ਰੋਨੰਸੀਏਸ਼ਨ ਹੀ ਸਿੱਖਦੇ ਰਹਿ ਜਾਂਦੇ ਨੇ। ਤਾਂ ਇਹਦੀ ਰਿਕੁਆਇਰਮੈਂਟ ਹੀ ਨਹੀਂ ਹੁੰਦੀ ਜੀ। ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਆਪਣੇ ਕੰਫਰਟ ਦੇ ਵਿੱਚ ਵਰਡਸ ਪੜ੍ਹਨੇ ਹੁੰਦੇ ਨੇ। ਤਾਂ ਇਹ ਵੀ ਇੱਕ ਯੂਨੀਕ ਜਾਂ ਡਿਫਰੈਂਟ ਮੈਥਡ ਹੈਗਾ। ਇਹਦੇ ਵਿੱਚ ਕੀ ਹੈਗਾ, ਮੰਨ ਲਓ ਪੋਚਮਪਲੀ ਵਿਲੇਜ ਬਾਰੇ ਕੋਈ ਨਿਊਜ਼ ਹੈ, ਪੋਚਮਪਲੀ ਨੂੰ ਪੋਚਾ ਪੜੋ, ਕੰਫਰਟ ਦੇ ਵਿੱਚ ਪੋਚਾ ਪੜੋ ਜੀ। ਇਹਦੇ ਵਿੱਚ ਕੀ ਹੈ, ਮੰਨ ਲਓ ਲਾਰਡ ਰਿਪਨ ਹੈ, ਰਿਪਨ ਤੁਸੀਂ ਸੁਣਿਆ ਨਹੀਂ, ਵਿਪਨ ਤੁਸੀਂ ਸੁਣਿਆ ਹੋਇਆ ਤੇ ਇਹਨੂੰ ਵਿਪਨ ਮੰਨ ਲਓ ਵੀ ਇਹ ਵਿਪਨ ਹੈ। ਮਾਊਂਟ ਬੈਟਨ ਹੈ, ਬੈਟਨ ਚੋਂ ਬੈਟ ਕੱਢ ਲਓ, ਯਾਦ ਰਹਿ ਜਾਊਗਾ। ਠੀਕ ਹੈ ਨਾ। ਤਾਂ ਇਹਨਾਂ ਚ ਜਿਵੇਂ ਕਾਜੂ ਵੈਲੀ ਬਰਡ ਸੈਂਚੁਰੀ ਹੈ ਤਾਂ ਕਾਜੂ ਮੰਨ ਲਓ ਇਹਨੂੰ, ਗੱਲ ਮੁੱਕੀ। ਕੋਈ ਵੀ ਚੀਜ਼ ਹੈਗੀ ਹੈ ਜੀ, ਇਹ ਚੋਂ ਗੋਪਾਲ ਕੱਢ ਸਕਦੇ ਹੋ, ਗੋਪਾਲ ਤੋਂ ਕੁਝ ਬਣਾ ਸਕਦੇ ਹੋ। ਇਹ ਚੋਂ ਸਿੰਗਰ ਮੰਨ ਸਕਦੇ ਹੋ ਵੀ ਸਿੰਗਰ ਹੈ ਇਹ। ਤਾਂ ਕੰਫਰਟ ਦੇ ਵਿੱਚ ਲੈ ਕੇ ਆਓ ਵਰਡਸ, ਇਨਸਟੈਡ ਆਫ ਤੁਸੀਂ ਇੰਨੇ ਡਿਫਿਕਲਟ ਵਰਡਸ ਪੜ੍ਹ ਰਹੇ ਹੋ। ਤਾਂ ਤੁਹਾਨੂੰ ਥੋੜੀ ਜਿਹੀ ਐਗਜ਼ਾਮਪਲਸ ਦਿੱਤੀਆਂ ਨੇ, ਤੁਹਾਡੀ ਡਿਊਰਿੰਗ ਹੋਲ ਜਰਨੀ ਬਹੁਤ ਇਹੋ ਜਿਹੇ ਵਰਡਸ ਆਣੇ ਨੇ ਜਿੱਥੇ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ। ਤਾਂ ਉਹਨੂੰ ਤੁਸੀਂ ਆਪਣੇ ਵੱਲੋਂ ਕੁਝ ਨਾ ਕੁਝ ਬਣਾ ਲਿਆ ਕਰੋ। ਇਹ ਬਹੁਤ ਹੈਲਪਫੁਲ ਮੈਥਡ ਹੈ ਜੀ, ਇਹ ਸਭ ਤੋਂ ਜ਼ਿਆਦਾ ਹੈਲਪਫੁਲ ਮੈਥਡ ਕਹਿ ਸਕਦੇ ਹਾਂ ਆਪਾਂ, ਕਿਉਂਕਿ ਅੱਜਕੱਲ ਵਰਡਸ ਬਹੁਤ ਡਿਫਿਕਲਟ ਆਉਂਦੇ ਨੇ। ਹੁਣ ਯੂਜ਼ ਫੋਟੋਜ਼, ਜਿੱਥੇ ਤੁਹਾਨੂੰ ਕੁਝ ਨਹੀਂ ਯਾਦ ਹੋ ਰਿਹਾ, ਕੋਈ ਬੰਦੇ ਦਾ ਨਾਮ ਨਹੀਂ ਯਾਦ ਹੋ ਰਿਹਾ, ਪਲੇਸ ਲੋਕੇਸ਼ਨ ਕੁਝ ਪ੍ਰੋਬਲਮ ਹੋ ਰਹੀ ਹੈ, ਨਾਲ ਦੀ ਨਾਲ ਨੈਟ ਤੇ ਸਰਚ ਮਾਰੋ ਜੀ। ਨਾਲ ਦੀ ਨਾਲ ਉਹਦੀਆਂ ਇਮੇजेस ਦੇਖੋ, ਇਮੇजेस ਉਹਨਾਂ ਦੀਆਂ ਇਸ ਤਰ੍ਹਾਂ ਦੀ ਦੇਖੋ ਜਿੱਥੇ ਉਹਦੀ ਫੀਲਡ ਨਾਲ ਹੋਵੇ, ਉਹ ਚੀਜ਼ਾਂ ਨੂੰ ਐਸੋਸੀਏਟ ਕਰ ਲਓ। ਮੰਨ ਲਓ ਇਹ ਹੈਗਾ ਸੋਮਨਾਥ, ਸਾਰਿਆਂ ਨੂੰ ਪਤਾ ਹੀ ਹੋਏਗਾ, ਤਾਂ ਇਹਨੂੰ ਜਿਹੜਾ ਹੈਗਾ ਦੀ ਫੀਲਡ ਪਿੱਛੇ ਦੇਖ ਲਓ ਕਿਹੋ ਜੀ ਹੈ, ਉਹਦੇ ਨਾਲ ਐਸੋਸੀਏਟ ਕਰ ਲਓ ਵੀ ਸਵਾ ਜਾ ਹੋਇਆ ਸੀ ਸ ਤੋਂ ਸੋਮਨਾਥ ਜਿਹਾ ਹੈਗਾ। ਕੁਝ ਵੀ ਕਰ ਸਕਦੇ ਹੋ, ਦੇਖੋ ਜੀ ਮੈਮਰੀ ਮੈਥਡਸ ਨੇ। ਤਾਂ ਸੋਮਨਾਥ ਨੂੰ ਇਹਦੇ ਬੈਕਗ੍ਰਾਉਂਡ ਨਾਲ ਜੋੜ ਦਿਓ ਤਾਂ ਯਾਦ ਰਹੇਗਾ। ਇਹ ਨਹੀਂ ਤੁਸੀਂ ਇਹਦੀ ਇਕੱਲੀ ਫੋਟੋ ਦੇਖ ਰਹੇ ਹੋ, ਫੋਟੋ ਦੇਖਣ ਨਾਲ ਨਹੀਂ ਕੁਝ ਹੋਏਗਾ, ਇਹਦੇ ਨਾਲ ਜਿਹੜੀ ਇਹਦੀ ਫੀਲਡ ਹੈ ਜੋ ਤੁਸੀਂ ਇਹਦੇ ਬਾਰੇ ਯਾਦ ਕਰਨਾ ਚਾਹੁੰਦੇ ਹੋ ਨਾ, ਉਸ ਚੀਜ਼ ਨੂੰ ਐਸੋਸੀਏਟ ਕਰੋ। ਹੁਣ ਦੇਖੋ ਜਿਵੇਂ ਮੰਨ ਲਓ ਅਨੀਅਨ ਆ ਆਪਣਾ ਰਾਉਂਡ ਰੈਵੋਲੂਸ਼ਨ ਹੈ, ਤਾਂ ਤੁਸੀਂ ਇੱਕ ਫੋਟੋ ਦੇਖੀ ਰਾਉਂਡ ਰੈਵੋਲੂਸ਼ਨ ਪੋਟੈਟੋ, ਤੁਸੀਂ ਲੱਭ ਰਹੇ ਹੋ ਵੀ ਰਾਉਂਡ ਕਿਹੜਾ ਹੈ, ਇਹ ਰਾਉਂਡ ਤਾਂ ਕੋਈ ਹੈ ਹੀ ਨਹੀਂ। ਤਾਂ ਜਦੋਂ ਐਵੇਂ ਫੋਟੋ ਦੇਖ ਰਹੇ ਹੋ, ਮੈਮਰੀ ਐਵੇਂ ਐਸੋਸੀਏਟ ਹੋ ਰਹੀ ਹੈ ਵੀ ਕੁਝ ਰਾਉਂਡ ਤਾਂ ਹੈ ਨਹੀਂ, ਤਾਂ ਇਹ ਹਮੇਸ਼ਾ ਲਈ ਯਾਦ ਰਹਿ ਜਾਊਗਾ ਵੀ ਰਾਉਂਡ ਜਦੋਂ ਮੈਂ ਪੜਿਆ ਸੀਗਾ ਰੈਵੋਲੂਸ਼ਨ ਤਾਂ ਮੈਂ ਇਹ ਫੋਟੋ ਦੇਖੀ ਸੀ ਤਾਂ ਐਵੇਂ ਹੋਇਆ ਸੀਗਾ। ਮੰਨ ਲਓ ਇਹ ਬੰਦੇ ਜੂਆ ਖੇਡ ਰਹੇ ਨੇ ਤਾਂ ਇਹ ਵੈਸੇ ਹੀ ਯਾਦ ਰਹਿ ਜਾਊਗਾ ਵੀ ਕੁਆਡ ਗਰੁੱਪ ਦੇ ਵਿੱਚ ਜਿਹੜਾ ਹੈਗਾ ਐਵੇਂ ਬੰਦੇ ਹੁੰਦੇ ਨੇ। ਜਾਪਾਨ, US, ਆਸਟ੍ਰੇਲੀਆ, ਇੰਡੀਆ ਦੀ ਗੱਲ ਹੋ ਰਹੀ ਹੈ ਵੀ ਚਾਰ ਬੰਦੇ ਇੱਥੇ ਇਕੱਠੇ ਹੋ ਜਾਂਦੇ ਆ, ਉੱਥੇ ਉਹ ਜੂਆ ਖੇਡਣਾ ਸਟਾਰਟ ਕਰ ਦਿੰਦੇ ਆ। ਮਿਕਸਚਰ ਆਫ ਮੋਰ ਦੈਨ ਵਨ ਟੈਕਨੀਕ। ਕਈ ਵਾਰ ਕੀ ਹੁੰਦਾ ਇੱਕ ਚੀਜ਼ ਨਾਲ ਗੱਲ ਨਹੀਂ ਬਣਦੀ। ਹੁਣ ਆਪਾਂ ਇੰਨੀਆਂ ਟੈਕਨੀਕਸ ਪੜ੍ਹ ਰਹੇ ਹਾਂ, ਕਈ ਵਾਰ ਇੱਕ ਤੋਂ ਜ਼ਿਆਦਾ ਟੈਕਨੀਕਸ ਯੂਜ਼ ਕਰਨ ਦੀ ਰਿਕੁਆਇਰਮੈਂਟ ਹੁੰਦੀ ਹੈ ਵੀ ਆਪਾਂ ਨੇ ਫੋਟੋਜ਼ ਵੀ ਦੇਖ ਲਈਆਂ, ਆਪਾਂ ਨੇ ਐਸੋਸੀਏਸ਼ਨ ਵੀ ਕਰ ਲਈ, ਆਪਾਂ ਨੇ ਅੱਗੇ ਵੀ ਕੋਈ ਮੈਥਡ ਲਾਤਾ, ਵਰਡਸ ਨੂੰ ਆਪਣੇ ਕੰਫਰਟ 'ਚ ਵੀ ਪੜ੍ਹ ਲਿਆ, ਤਾਂ ਇਹ ਵੀ ਚੀਜ਼ ਕਰ ਸਕਦੇ ਆ। ਤਾਂ ਇਹ ਵੀ ਚੀਜ਼ ਹੈਲਪਫੁਲ ਰਹਿ ਜਾਂਦੀ ਹੈ। ਆਬਵੀਅਸਲੀ ਜੀ ਤੁਹਾਡੇ ਕੋਲ ਜਿੰਨੇ ਟੂਲਸ ਹੋਣਗੇ, ਜਿੰਨੀਆਂ ਟੈਕਨੀਕਸ ਹੋਣਗੀਆਂ, ਜਿੰਨੇ ਹਥਿਆਰ ਹੋਣਗੇ, ਉਹਨੇ ਤੁਸੀਂ ਖਤਰਨਾਕ ਹੋਵੋਗੇ। ਤਾਂ ਤੁਹਾਨੂੰ ਕਾਫੀ ਕੁਝ ਪਤਾ ਹੋਣਾ ਚਾਹੀਦਾ। ਜੇ ਸਭ ਕੁਝ ਨਹੀਂ ਪਤਾ ਕਰ ਸਕਦੇ ਪਰ ਕਾਫੀ ਕੁਝ ਤਾਂ ਪਤਾ ਕਰ ਸਕਦੇ ਹੋ ਨਾ। ਤਾਂ ਇਹਦੇ ਵਿੱਚ ਕੀ ਹੈ, ਹੁਣ ਕਈ ਚੀਜ਼ਾਂ ਡੈਜ਼ਿਗਨੇਸ਼ਨ ਜਾਂ ਵਰਡਸ ਦੀ ਕੀ ਲੈਂਥ ਹੈ ਜਾਂ ਡੈਜ਼ਿਗਨੇਸ਼ਨ ਕੀ ਹੈ, ਉਹਦੇ ਨਾਲ ਵੀ ਚੀਜ਼ਾਂ ਰਿਲੇਟ ਕਰ ਸਕਦੇ ਹੋ। ਜਿਵੇਂ ਥੋੜੀ ਜਿਹੀ ਐਗਜ਼ਾਮਪਲ ਦਿੰਦਾ ਤੁਹਾਨੂੰ, ਮੰਨ ਲਓ ਅਵਾਰਡਸ ਨੇ ਵੀ ਪਦਮ ਵਿਭੂਸ਼ਣ ਸਭ ਤੋਂ ਵੱਡਾ ਹੁੰਦਾ ਹੈ, ਭੂਸ਼ਣ ਕੇ ਸ਼੍ਰੀ ਜਾਂ ਕੀ ਆਰਡਰ ਹੁੰਦਾ ਹੈ। ਤਾਂ ਇਹਦੇ ਵਿੱਚ ਦੇਖਿਆ ਗਿਆ ਜੀ ਵਿਭੂਸ਼ਣ ਸਭ ਤੋਂ ਵੱਡਾ ਹੈ ਸਪੈਲਿੰਗ ਵਾਈਜ਼ ਜਾਂ ਲੈਂਥ ਵਾਈਜ਼,
ਤੇ ਸਭ ਤੋਂ ਵੱਡਾ ਹੁੰਦਾ। ਭਾਰਤ ਰਤਨ ਤਾਂ ਚਲੋ ਸਾਰਿਆਂ ਨੂੰ ਪਤਾ ਹੀ ਹੈ ਸਭ ਤੋਂ ਵੱਡਾ ਹੈ। ਭੂਸ਼ਣ ਉਸ ਤੋਂ ਛੋਟਾ ਹੈ ਤਾਂ ਇਹ ਦੂਜੇ ਨੰਬਰ ਤੇ, ਸ਼੍ਰੀ ਸਭ ਤੋਂ ਛੋਟਾ ਹੈ ਤਾਂ ਇਹ ਤੀਜੇ ਨੰਬਰ ਤੇ। ਹੁਣ ਇਹ ਮੈਥਡ ਵੀ ਬਹੁਤ ਜਗ੍ਹਾ ਤੇ ਕੰਮ ਆਏਗਾ। ਤਾਂ ਜਦੋਂ ਆਪਾਂ ਸਾਰੀ ਸੀਰੀਜ਼ ਤੁਸੀਂ ਕਰ ਲਓਗੇ, ਸਾਰੀਆਂ ਵੀਡੀਓਜ਼ ਦੇਖ ਲਓਗੇ, ਤੁਹਾਨੂੰ ਇਹ ਪਤਾ ਲੱਗਦਾ ਰਹੂਗਾ ਵੀ ਕਿੱਥੇ ਕਿੱਥੇ ਕਿਵੇਂ ਕਿਵੇਂ ਕੰਮ ਆ ਰਿਹਾ, ਕਿੰਨਾ ਜ਼ਿਆਦਾ ਜਿਹੜਾ ਹੈਗਾ ਤੁਸੀਂ ਕੰਫਰਟ 'ਚ ਰਹਿ ਕੇ ਜੀਕੇ ਪੜ੍ਹ ਰਹੇ ਹੋ। ਹੁਣ ਕਈ ਵਾਰ ਜਿਹੜਾ ਹੈਗਾ ਜੀ ਸੇਮ ਟਾਈਪ ਆਫ ਡਾਟਾ ਕੋਲੈਬੋਰੇਸ਼ਨ, ਤਾਂ ਇੱਥੇ ਤੁਸੀਂ ਨੋਟਸ ਕਿਸ ਤਰ੍ਹਾਂ ਬਣਾਉਂਦੇ ਹੋ ਉਹ ਵੀ ਚੀਜ਼ ਮੈਮਰੀ ਮੈਥਡਸ ਬਹੁਤ ਮੈਟਰ ਕਰਦੀ ਹੈ। ਜਿਵੇਂ ਮੰਨ ਲਓ ਈਅਰਸ ਵਾਲਾ ਸੀਗਾ, ਉਹ ਡਾਟਾ ਤੁਸੀਂ ਨਾਲ ਨਾਲ ਲਿਖ ਲਿਆ ਵੀ 35 ਇਅਰਸ ਉਧਰ ਇੱਧਰ, ਕਿਹਦੀ 35 ਇਅਰਸ ਏਜ ਹੁੰਦੀ ਹੈ, 25 ਇਅਰਸ ਕਿਹਦੀ ਹੁੰਦੀ ਹੈ। ਇੱਕੋ ਪੇਜ ਤੇ ਇੱਕੋ ਟਾਈਮ ਤੇ ਇੱਕੋ ਲੋਕੇਸ਼ਨ ਤੇ ਨੋਟਸ ਪੜ੍ਹ ਰਹੇ ਹੋ, ਰੈਂਡਮਲੀ ਨਹੀਂ ਪੜ੍ਹ ਰਹੇ ਤਾਂ ਡਾਟਾ ਐਸੋਸੀਏਟ ਹੋ ਜਾਂਦਾ। ਕੁਝ ਤੁਸੀਂ ਐਕਸੈਪਸ਼ਨਸ ਪੜ੍ਹ ਰਹੇ ਹੋ ਤਾਂ ਇਹ ਵੀ ਚੀਜ਼ ਜਿਹੜੀ ਹੈਗੀ ਹੈ ਯਾਦ ਰਹਿ ਜਾਂਦੀ ਹੈ ਵੀ ਤੁਸੀਂ ਫੋਟੋਜ਼ ਵੀ ਲੈ ਲਈਆਂ, ਲੈ ਵੀ ਐਕਸੈਪਸ਼ਨਸ ਲਈਆਂ ਤਾਂ ਇਹ ਵੀ ਯਾਦ ਰਹਿ ਜਾਏਗਾ। ਦੈਨ ਕਈ ਵਾਰ ਕੀ ਹੁੰਦਾ ਜੀ, ਆਪਾਂ ਨੇ ਬਹੁਤ ਸਾਰਾ ਡਾਟਾ ਹੁੰਦਾ ਹੈ, ਜ਼ਿਆਦਾਤਰ ਕੀ ਹੁੰਦਾ ਉਹ ਇੱਕ ਦੂਜੇ ਨਾਲ ਰਿਲੇਟ ਹੋ ਰਿਹਾ ਹੁੰਦਾ ਹੈ, ਉਹਦੇ ਵਿੱਚੋਂ ਆਪਾਂ ਨੇ ਮੇਨ ਪੁਆਇੰਟ ਲੱਭਣਾ ਹੁੰਦਾ ਹੈ, ਸੈਂਟਰਲ ਪੁਆਇੰਟ ਲੱਭਣਾ ਹੁੰਦਾ ਹੈ ਵੀ ਇਸ 'ਚ ਖਾਸ ਕੀ ਹੈ, ਸਪੈਸ਼ਲ ਚੀਜ਼ ਕੀ ਹੈ ਜਿਹੜੀ ਕਿ ਸਾਰਿਆਂ ਨਾਲ ਰਿਲੇਟ ਹੋ ਜੇ। ਬਸ ਉੱਥੋਂ ਸਭ ਕੁਝ ਯਾਦ ਹੋ ਜਾਂਦਾ ਹੈ। ਜਿਹੜੀ ਉਸ ਖਾਸ ਚੀਜ਼ ਹੁੰਦੀ ਹੈ, ਸੈਂਟਰਲ ਮੇਨ ਪੁਆਇੰਟ ਹੁੰਦਾ ਹੈ, ਉਹ ਤੇ ਕੋਈ ਮੈਮਰੀ ਮੈਥਡ ਲਾ ਦਿਓ। ਜਿਵੇਂ ਤੁਹਾਨੂੰ ਇਹਦੀ ਥੋੜੀ ਜਿਹੀ ਐਗਜ਼ਾਮਪਲ ਦਿੰਦਾ, ਦੇਖੋ ਮੰਨ ਲਓ ਆਪਾਂ ਬਹੁਤ ਵਾਰ ਪੜ੍ਹਦੇ ਆ ਜੀ ਕਨਵੈਕਸ ਲੈਂਸ, ਕਨਵੈਕਸ ਮਿਰਰ, ਕਨਕੇਵ ਲੈਂਸ, ਕੁਝ ਇਸ ਤਰ੍ਹਾਂ ਦੇ ਕੁਐਸਚਨਸ ਵੀ ਕਨਵਰਜਿੰਗ ਹੈ, ਡਾਈਵਰਜਿੰਗ ਹੈ, ਕੀ ਹੈ, ਹਮੇਸ਼ਾ ਡਾਊਟ ਆ ਜਾਂਦਾ ਹੈ। ਮੈਕਸਿਮਮ ਸਟੂਡੈਂਟਸ ਨੂੰ ਹਮੇਸ਼ਾ ਡਾਊਟ ਆ ਜਾਂਦਾ ਜੇ ਰੈਂਡਮਲੀ ਪੁੱਛ ਲਿਆ ਜਾਵੇ। ਹੁਣ ਆਪਾਂ ਨੇ ਡਾਊਟ ਕਿਵੇਂ ਕਲੀਅਰ ਕਰਨਾ ਹੈ, ਆਪਾਂ ਨੇ ਇੱਕ ਚੀਜ਼ ਦੇਖਣੀ ਹੈ। ਜਿਵੇਂ ਮੰਨ ਲਓ ਆਪਾਂ ਕਨਵੈਕਸ ਲੈ ਲਿਆ ਤਾਂ ਇੱਥੋਂ ਵਰਡ ਕੀ ਨਿਕਲਦਾ ਹੈ, ਕਨਵੈਕਸ ਤੋਂ ਕਨਵਰਜਿੰਗ ਨਿਕਲੂਗਾ ਕਿ ਡਾਈਵਰਜਿੰਗ, ਕਨਵਰਜਿੰਗ। ਤਾਂ ਮਤਲਬ ਕਨਵੈਕਸ ਵਾਲੀ ਚੀਜ਼ ਕਨਵਰਜਿੰਗ ਹੋਏਗੀ। ਬਟ ਹਲੇ ਥੋੜਾ ਜਿਹਾ ਰੌਲਾ ਇਹ ਹੈਗਾ ਵੀ ਕਨਵੈਕਸ ਲੈਂਸ ਕਨਵਰਜਿੰਗ ਹੋਏਗਾ ਕਿ ਕਨਵੈਕਸ ਮਿਰਰ, ਥੋੜਾ ਜਿਹਾ ਹੋਰ ਐਸੋਸੀਏਟ ਕਰ ਲਓ। ਉਹ ਛੋਟਾ ਜਿਹਾ ਇੱਕ ਲੈਂਸ ਹੁੰਦਾ ਸੀਗਾ, ਉੱਥੇ ਇਸ ਤਰ੍ਹਾਂ ਦੀਆਂ ਰੇਜ਼ ਪੈਂਦੀਆਂ ਸੀ। ਇੱਥੇ ਮੰਨ ਲਓ ਕੋਈ ਪੇਪਰ ਹੈ ਤਾਂ ਇਹ ਰੇਜ਼ ਉਹਦੇ ਕਨਵਰਜ ਹੋ ਕੇ ਪੈਣਗੀਆਂ ਤਾਂ ਪੇਪਰ ਬਰਨ ਹੋ ਜਾਏਗਾ। ਛੋਟੇ ਹੁੰਦੇ ਇਹ ਜਿਹਾ ਐਕਸਪੈਰੀਮੈਂਟ ਸੁਣਿਆ ਹੋਵੇਗਾ, ਠੀਕ ਹੈ ਨਾ। ਤਾਂ ਜਦੋਂ ਤੁਸੀਂ ਐਵੇਂ ਵਿਜ਼ੂਅਲਾਈਜੇਸ਼ਨ ਕਰ ਲਈ, ਸਟੋਰੀ ਜੀ ਬਣਾ ਲਈ, ਤੁਹਾਨੂੰ ਹੁਣ ਪਤਾ ਲੱਗ ਗਿਆ, ਹਮੇਸ਼ਾ ਲਈ ਯਾਦ ਰਹਿ ਜੂਗਾ ਵੀ ਆਪਾਂ ਕਨਵੈਕਸ ਲੈਂਸ ਬਾਰੇ ਕੁਝ ਯਾਦ ਕੀਤਾ ਸੀ ਤੇ ਕਨਵਰਜ ਹੋ ਰਿਹਾ ਸੀ। ਤਾਂ ਇੱਥੋਂ ਮਤਲਬ ਇਹ ਹੋਇਆ ਕਿ ਜਿਹੜਾ ਕਨਵੈਕਸ ਲੈਂਸ ਹੋਏਗਾ ਉਹ ਕਨਵਰਜਿੰਗ ਹੋਏਗਾ। ਇਹ ਮੇਨ ਪੁਆਇੰਟ ਹੈ, ਸੈਂਟਰਲ ਪੁਆਇੰਟ ਹੈ। ਇਹ ਆਪਾਂ ਨੇ ਸਮਝ ਕੇ ਮੈਥਡ ਬਣਾ ਕੇ ਯਾਦ ਕਰ ਲਿਆ। ਹੁਣ ਬਾਕੀ ਚੀਜ਼ਾਂ ਆਪਣੇ ਆਪ ਯਾਦ ਰਹਿ ਜਾਣਗੀਆਂ ਕਿਉਂਕਿ ਪਤਾ ਆਪੋਜ਼ਿਟ ਹੁੰਦੀਆਂ ਨੇ। ਜੇ ਕਨਵੈਕਸ ਲੈਂਸ ਕਨਵਰਜਿੰਗ ਹੈ ਤਾਂ ਕਨਕੇਵ ਲੈਂਸ ਕੀ ਹੋਏਗਾ, ਜੇ ਕਨਵੈਕਸ ਲੈਂਸ ਕਨਵਰਜਿੰਗ ਹੈ ਤਾਂ ਕਨਕੇਵ ਲੈਂਸ ਡਾਈਵਰਜਿੰਗ ਹੋਏਗਾ। ਸਿਮਿਲਰਲੀ ਜੇ ਕਨਕੇਵ ਲੈਂਸ ਡਾਈਵਰਜਿੰਗ ਹੈ ਤਾਂ ਕਨਕੇਵ ਮਿਰਰ ਕੀ ਹੋਏਗਾ, ਕਨਵਰਜਿੰਗ ਹੋਏਗਾ। ਜੇ ਕਨਵੈਕਸ ਲੈਂਸ ਕਨਵਰਜਿੰਗ ਹੈ ਤਾਂ ਕਨਕੇਵ ਲੈਂਸ ਕੀ ਹੋਏਗਾ, ਡਾਈਵਰਜਿੰਗ ਹੋਏਗਾ। ਠੀਕ ਹੈ ਜੀ। ਤਾਂ ਬਸ ਇਹ ਆਪੋਜ਼ਿਟ ਟੂ ਈਚ ਅਦਰ ਹੁੰਦੇ ਨੇ, ਸਾਰਿਆਂ ਨੂੰ ਪਤਾ ਹੀ ਹੈ। ਜੋ ਕਨਕੇਵ ਮਿਰਰ ਹੁੰਦਾ ਹੈ ਤਾਂ ਉਹਦੇ ਆਪੋਜ਼ਿਟ ਕਨਵੈਕਸ ਮਿਰਰ ਹੁੰਦਾ ਹੈ, ਜੋ ਕਨਵੈਕਸ ਮਿਰਰ ਹੁੰਦਾ ਹੈ ਤਾਂ ਉਹਦੇ ਆਪੋਜ਼ਿਟ ਕਨਵੈਕਸ ਲੈਂਸ ਹੁੰਦਾ ਹੈ, ਉਹ ਚੀਜ਼ ਪਤਾ ਹੀ ਹੈ। ਤਾਂ ਇਸ ਤਰ੍ਹਾਂ ਕਰ ਸਕਦੇ ਹੋ। ਸਿਮਿਲਰਲੀ ਜੇ ਇੱਕ ਹੋਰ ਐਗਜ਼ਾਮਪਲ ਲਈਏ ਇਹਦੀ ਆਪਾਂ, ਤਾਂ ਇਹਦੇ ਵਿੱਚ ਇਹ ਵੀ ਲਈ ਜਾ ਸਕਦੀ ਹੈ ਜੀ। ਮੰਨ ਲਓ ਐਸਪੀ ਉੱਪਰ, ਹੁਣ ਇਹ ਕੀ ਚੀਜ਼ ਹੈ, ਆਪਾਂ ਨੂੰ ਪਤਾ ਹੈ ਐਸਪੀ ਦਾ ਰੈਂਕ ਪੁਲਿਸ ਦੇ ਵਿੱਚ ਬਹੁਤ ਉੱਪਰ ਹੁੰਦਾ ਹੈ। ਤਾਂ ਐਸਪੀ ਜਦੋਂ ਫਾਈਂਡ ਕਰਦਾ ਉਦੋਂ ਆਪਰੇਸ਼ਨਸ ਉੱਪਰ ਲੱਗਣਗੇ। ਆਪਰੇਸ਼ਨ ਮਤਲਬ ਪਲੱਸ ਮਾਈਨਸ ਮਲਟੀਪਲਾਈ ਡਿਵਾਈਡ। ਤਾਂ ਜਦੋਂ ਐਸਪੀ ਫਾਈਂਡ ਕਰਨਾ ਉਦੋਂ ਆਪਰੇਸ਼ਨਸ ਉੱਪਰ ਲੱਗਣਗੇ। ਤਾਂ ਇਹਦਾ ਪਤਾ ਹੀ ਹੈ, ਜੇ ਪ੍ਰੋਫਿਟ ਪਰਸੈਂਟ ਹੁੰਦਾ ਤਾਂ ਪਲੱਸ ਹੁੰਦਾ, ਲਾਸ ਪਰਸੈਂਟ ਹੁੰਦਾ ਤਾਂ ਮਾਈਨਸ ਹੁੰਦਾ। ਤਾਂ ਜੇ ਐਸਪੀ ਇੱਧਰ ਹੋਊਗਾ ਤਾਂ ਆਬਵੀਅਸਲੀ ਸੀਪੀ ਇੱਧਰ ਹੋਏਗਾ। ਐਸਪੀ ਉੱਪਰ, ਤਾਂ ਐਸਪੀ ਜਦੋਂ ਆਪਾਂ ਫਾਈਂਡ ਕਰਦੇ ਹਾਂ, ਜੇ ਐਸਪੀ ਨੂੰ ਲੱਭ ਰਿਹਾ ਤਾਂ ਉੱਪਰ ਹੀ ਹੋਏਗਾ ਹਮੇਸ਼ਾ ਉਹ, ਬਸ। ਤਾਂ ਉੱਪਰ ਆਪਰੇਟ ਹੋ ਰਿਹਾ। ਜੇ ਲਾਸ ਪਰਸੈਂਟ ਹੋਊਗਾ ਤਾਂ ਉਰੇ ਲਾਸ ਲਾ ਦੋਗੇ ਮਾਈਨਸ, ਠੀਕ ਹੈ ਨਾ। ਜੇ ਉਰੇ ਜਿਹੜਾ ਹੈਗਾ ਮੰਨ ਲਓ ਆਪਾਂ ਨੇ ਦੂਜਾ ਫਾਰਮੂਲਾ ਲਿਖਣਾ ਹੈ ਤਾਂ ਉਰੇ CP 100 ਮਾਈਨਸ ਲਾਸ ਪਰਸੈਂਟ ਅਪਨ 100। ਤਾਂ SP ਦਾ ਇੱਕ ਇਹ ਵੀ ਫਾਰਮੂਲਾ ਹੁੰਦਾ ਹੈ। ਹੁਣ ਜੇ A ਐਸੋਸੀਏਟ ਕਰ ਲਿਆ ਇੱਥੋਂ CP ਦਾ ਫਾਰਮੂਲਾ ਵੀ ਆ ਜਾਊਗਾ। obviously ਜੇ SP ਉੱਪਰ ਹੈ ਤਾਂ CP ਨੀਚੇ ਹੋਏਗਾ। ਤਾਂ CP is equal to SP 100 upon 100 plus profit percent। ਤਾਂ ਇਹ ਚੀਜ਼ ਹੋਗੀ। ਚੌਥਾ ਫਾਰਮੂਲਾ ਵੀ ਆ ਜਾਊਗਾ। ਤਾਂ ਕਈ ਵਾਰ ਮੈਥਸ ਦੇ ਵਿੱਚ ਐਵੇਂ ਹੁੰਦਾ ਵੀ ਮੰਨ ਲਓ 8-9 ਫਾਰਮੂਲਾਸ ਨੇ, ਉਹ ਚੋਂ ਇੱਕ ਫਾਰਮੂਲਾ ਲੱਭ ਲਓ ਜਿਹੜਾ ਬੇਸਿਕ ਹੋਵੇ, ਸੈਂਟਰਲ ਹੋਵੇ, ਉਹਦੇ ਕੋਈ ਮੈਮਰੀ ਮੈਥਡ ਬਣਾ ਦਿਓ, ਉਹਦੇ ਨਾਲ ਸਾਰੇ ਯਾਦ ਰਹਿ ਜਾਣਗੇ। ਤਾਂ ਤੁਹਾਨੂੰ ਕਨਫਿਊਜ਼ਨ ਨਹੀਂ ਹੋਏਗੀ ਵੀ ਯਾਰ ਇੱਥੇ ਉੱਪਰ ਸੀ ਕਿ ਇੱਥੇ ਨੀਚੇ ਸੀਗਾ।
ਅਲਫਾ ਬੀਟਾ ਗਾਮਾ ਡਿਫਰੈਂਸ ਪੜ ਰਹੇ ਹੋ, ਡਿਫਰੈਂਸ ਵਾਲੇ ਕਾਫੀ ਕੁਐਸਚਨਸ ਨੇ। ਤਾਂ ਇੱਥੇ ਕ੍ਰਿਸਟਲਾਈਨ ਸੋਲਿਡਸ ਐਮੋਰਫਸ ਸੋਲਿਡਸ ਇਹਦੀ ਪ੍ਰੋਪਰਟੀ ਇਹ ਸੀ ਕਿ ਇਹਦੀ ਪ੍ਰੋਪਰਟੀ ਇਹ ਸੀ, ਤਾਂ ਉਹ ਜਿਹੜੀ ਕਨਫਿਊਜ਼ਨ ਜੀ ਹੁੰਦੀ ਹੈ ਨਾ ਉਹ ਹਮੇਸ਼ਾ ਲਈ ਖਤਮ ਹੋ ਜਾਂਦੀ ਹੈ ਜੇ ਇਸ ਤਰ੍ਹਾਂ ਪੜੋਗੇ। ਹੁਣ ਇੱਥੇ ਵੀ ਥੋੜਾ ਜਿਹਾ ਇਸ਼ੂ ਹੈਗਾ। ਇੱਥੇ ਕੀ ਇਸ਼ੂ ਹੈਗਾ, ਜਦੋਂ ਈਅਰਸ ਯਾਦ ਰੱਖਣੇ ਹੁੰਦੇ ਨੇ, ਜਦੋਂ ਆਪਾਂ ਨੇ ਟਾਈਮ ਯਾਦ ਰੱਖਣਾ ਹੁੰਦਾ ਵੀ ਇਹ ਚੀਜ਼ ਕਦੋਂ ਹੋਈ ਸੀ, ਉਦੋਂ ਵੀ ਡਾਊਟ ਆਉਂਦਾ। ਹੁਣ ਇਹਦਾ ਤੁਹਾਨੂੰ ਇੱਕ ਬਹੁਤ ਹੀ ਇੰਟਰਸਟਿੰਗ ਮੈਥਡ ਦੱਸਦਾ, ਅਪਲਾਈ ਕਰਿਓ ਅੱਜ ਤੋਂ ਬਾਅਦ, ਤੁਹਾਨੂੰ ਪਤਾ ਲੱਗੂਗਾ ਕਿੰਨਾ ਬੈਨੀਫੀਸ਼ੀਅਲ ਹੈ। ਮੰਨ ਲਓ ਕੋਈ ਗਵਰਨਮੈਂਟ ਸਕੀਮਸ ਨੇ, ਕੋਈ ਗਵਰਨਮੈਂਟ ਸਕੀਮ 2017 ਚ ਲਾਂਚ ਹੋਈ, ਤਾਂ ਤੁਸੀਂ ਕੀ ਕਰਨਾ ਹੈ, ਤੁਸੀਂ 2017 ਦੇ ਵਿੱਚ ਰੈਂਡਮਲੀ ਸੋਚੋ ਵੀ ਤੁਸੀਂ ਕਿੱਥੇ ਸੀ, ਤੁਸੀਂ ਕੀ ਕਰ ਰਹੇ ਸੀ, ਬਸ ਉਸ ਚੀਜ਼ ਨਾਲ ਉਹਨੂੰ ਐਸੋਸੀਏਟ ਕਰ ਲਓ। ਕੋਈ ਗਵਰਨਮੈਂਟ ਸਕੀਮ 2019 ਚ ਆਈ, ਤਾਂ ਤੁਸੀਂ ਸੋਚੋ ਤੁਸੀਂ 2019 ਕਿਹੜੇ ਕਾਲਜ ਚ ਪੜ੍ਹਦੇ ਸੀ, ਕਿੱਥੇ ਪੜ੍ਹਦੇ ਸੀ, ਕੀ ਕਰਦੇ ਸੀ, ਕੀ ਖਾਸ ਅਚੀਵਮੈਂਟ ਕੀਤੀ ਸੀ, ਉਸ ਨਾਲ ਉਸ ਗਵਰਨਮੈਂਟ ਸਕੀਮ ਨੂੰ ਤੁਸੀਂ ਐਸੋਸੀਏਟ ਕਰਨਾ ਹੈ, ਕੋਈ ਸਟੋਰੀ ਜਨਰੇਟ ਕਰਨੀ ਹੈ। ਸਿਮਿਲਰਲੀ ਤੁਸੀਂ ਜਿਹੜਾ ਹੈਗਾ ਇੱਕ ਹੋਰ ਮੈਥਡ ਹੁੰਦਾ ਹੈ, ਜਦੋਂ ਮੰਨ ਲਓ ਇਸ ਤਰ੍ਹਾਂ ਦੀਆਂ ਵਾਰਸ ਨੇ ਜਾਂ ਕਾਫੀ ਸਾਰੇ ਸਾਲ ਨੇ ਵੀ ਪਹਿਲਾ ਯੁੱਧ, ਦੂਜਾ, ਤੀਜਾ, ਪਾਣੀਪਤ ਦਾ, ਤਰਾਏ ਦਾ ਪਹਿਲਾ, ਤਰਾਏ ਦਾ ਦੂਜਾ, ਕੁਝ ਇਸ ਤਰ੍ਹਾਂ ਦੇ ਹੈਗੇ ਨੇ, ਤਾਂ ਉਦੋਂ ਤੁਸੀਂ ਕੀ ਕਰਨਾ ਹੁੰਦਾ, ਉਦੋਂ ਵੀ ਮੈਥਡਸ ਹੁੰਦੇ ਨੇ। ਜਿਵੇਂ ਮੰਨ ਲਓ ਇਹ ਆਪਾਂ ਨੇ ਲੜਾਈਆਂ ਯਾਦ ਕਰਨੀਆਂ ਨੇ, ਠੀਕ ਹੈ, ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿਹੜੀਆਂ ਵਾਰਸ ਨੇ ਆਪਾਂ ਨੇ ਉਹ ਯਾਦ ਕਰਨੀਆਂ ਨੇ ਮੰਨ ਲਓ। ਹੁਣ ਇਹਦੇ ਵਿੱਚ ਸਟੈਪ ਕੀ ਹੁੰਦਾ ਹੈ ਕਿ ਤੁਸੀਂ ਰੇਂਜ ਯਾਦ ਕਰੋ। ਪਹਿਲਾਂ ਦੇਖੋ ਰੇਂਜ ਕੀ ਹੈ, ਤਾਂ ਇੱਥੋਂ ਜੇ ਰੇਂਜ ਦੇਖੀ ਜਾਵੇ ਤਾਂ ਸ਼ੁਰੂ ਹੋ ਰਿਹਾ ਜੀ 1688 ਤੋਂ ਲੈ ਕੇ 1705 ਤੱਕ। ਪਹਿਲਾ ਤਾਂ ਇਹ ਮੈਥਡ ਹੁੰਦਾ ਹੈ ਜਾਂ ਪਹਿਲਾ ਸਟੈਪ ਇਹ ਹੁੰਦਾ ਹੈ। ਇਸ ਤੋਂ ਬਾਅਦ ਤੁਸੀਂ ਦੇਖੋ ਵੀ ਰਿਪੀਟ ਕਿਹੜੇ ਨੰਬਰਸ ਹੋ ਰਹੇ ਨੇ, ਤਾਂ ਰਿਪੀਟ ਜੇ ਦੇਖਿਆ ਜਾਵੇ ਇੱਕ ਤਾਂ 2 ਰਿਪੀਟ ਹੋ ਰਿਹਾ ਵੀ 1702 ਚ ਇਹ ਵੀ ਹੋਈ ਹੈ, 1702 ਚ ਇਹ ਵੀ ਹੋਈ ਹੈ। ਇੱਕ 5 ਰਿਪੀਟ ਹੋ ਰਿਹਾ ਜੇ ਦੇਖਿਆ ਜਾਵੇ, 5 ਚ ਇਹ ਵੀ ਹੋ ਰਹੀ ਹੈ, 5 ਚ ਇਹ ਵੀ ਹੋ ਰਹੀ ਹੈ। ਹੁਣ ਉਸ ਤੋਂ ਬਾਅਦ ਜੇ ਇੱਥੇ ਦੇਖਿਆ ਜਾਵੇ 2 ਤੋਂ ਪਹਿਲਾਂ ਕੀ ਆਂਦਾ 1, 5 ਤੋਂ ਪਹਿਲਾਂ ਕੀ ਆਂਦਾ 4, ਬਸ ਹੋ ਗਿਆ ਯਾਰ, ਇੰਨੀ ਗੱਲ ਸੀ। ਤਾਂ 1701 ਚ ਹੋਈ ਹੈ, 2 ਚ ਹੋਈ ਹੈ, 2 ਚ ਹੋਈ ਹੈ, 4 ਚ ਹੋਈ ਹੈ, 5 ਚ ਹੋਈ ਹੈ, 5 ਚ ਹੋਈ ਹੈ। ਤੁਹਾਨੂੰ ਯਾਦ ਰਹੂਗਾ ਵੀ ਤੁਸੀਂ ਸਭ ਤੋਂ ਪਹਿਲਾਂ 25 ਲਿਖਿਆ ਸੀ, ਫਿਰ 2 ਤੋਂ ਪਹਿਲਾਂ 1 ਸੀਗਾ, 5 ਤੋਂ ਪਹਿਲਾਂ 4 ਸੀਗਾ। ਰੇਂਜ ਤੋਂ ਵੈਸੇ ਯਾਦ ਰਹੂਗਾ ਵੀ ਜਿਹੜਾ ਸਭ ਤੋਂ ਪਹਿਲਾਂ ਪੜਿਆ ਸੀ ਉਹ 88 ਚ ਸੀਗਾ, ਜਿਹੜਾ ਸਭ ਤੋਂ ਪਹਿਲਾਂ ਪੜਿਆ ਸੀ ਉਹ 88 ਸੀਗਾ, 90 ਵੈਸੇ ਲੱਗ ਨੰਬਰ ਹੈ ਤਾਂ ਉਹ ਵੈਸੇ ਯਾਦ ਰਹਿ ਜਾਊਗਾ, ਉਹ ਮੈਮਰੀ ਉਸ ਤਰ੍ਹਾਂ ਐਸੋਸੀਏਟ ਹੋ ਜਾਏਗੀ। ਤਾਂ ਇਸ ਤਰ੍ਹਾਂ ਤੁਹਾਡੀਆਂ ਸਾਰੀਆਂ ਵਾਰਸ ਹਮੇਸ਼ਾ ਲਈ ਯਾਦ ਹੋਈਆਂ ਵੀ 1788 ਚ ਹੋਈ ਸੀ, ਫਿਰ 90 ਚ ਹੋਈ ਸੀ, ਫਿਰ 1 ਚ ਹੋਈ ਸੀ, ਫਿਰ 2 ਚ ਹੋਈ ਸੀ, ਫਿਰ 2 ਚ ਹੋਈ ਸੀ, 2 ਵਾਰ ਆਇਆ ਸੀ, ਵੈਸੇ ਯਾਦ ਹੋ ਜਾਊਗਾ। 5 ਵੀ 2 ਵਾਰ ਆਇਆ ਸੀਗਾ। ਹੁਣ ਬਨਾ ਨਵਾਬ ਸੀਕੇ ਪਹਿਨ ਕੇ, ਤਾਂ ਇਹਨੂੰ ਇਸ ਤਰ੍ਹਾਂ ਯਾਦ ਕਰ ਸਕਦੇ ਹੋ। ਕੁਛ ਇਹਦੇ ਵਿੱਚ ਵਰਡਸ ਐਕਸਟਰਾ ਨੇ ਜਿਹੜੇ ਕਿ ਇਸ ਨੂੰ ਇੱਕ ਸਹੀ ਜਿਹੜਾ ਹੈਗਾ ਇੱਕ ਵਰਡ ਦਾ ਮੀਨਿੰਗ ਬਣੇ ਜਾਂ ਸੈਂਟੈਂਸ ਦਾ ਮੀਨਿੰਗ ਬਣੇ ਉਹ ਪੂਰਾ ਕਰਨ ਲਈ ਲਿਖੇ ਹੋਏ ਨੇ। ਤਾਂ ਇਹਦੇ ਵਿੱਚ ਬੇਸਿਕਲੀ ਕੀ ਹੈ, ਭੰਗਾਣੀ, ਨਦਾਉ, ਆਨੰਦਪੁਰ, ਨਿਰਮੋਹ, ਬਸੌਲੀ, ਆਨੰਦਪੁਰ, ਚਮਕੌਰ, ਖਿਦਰਾਣਾ। ਤਾਂ ਐਵੇਂ ਸਾਰੇ ਯੁੱਧ ਆਰਡਰ ਦੇ ਵਿੱਚ ਯਾਦ ਹੋ ਗਏ ਵੀ ਪਹਿਲਾ ਕਦੋਂ ਹੋਇਆ ਸੀ, ਦੂਜਾ ਕਦੋਂ ਹੋਇਆ ਸੀ, ਤੀਜਾ ਕਦੋਂ ਹੋਇਆ ਸੀ, ਜਾਂ ਉਹਦਾ ਨਾਮ ਕੀ ਸੀਗਾ। ਤਾਂ ਈਅਰਸ ਵੀ ਯਾਦ ਹੋ ਗਏ। ਤਾਂ ਇਸ ਤਰ੍ਹਾਂ ਦੇ ਬਹੁਤ ਈਅਰਸ ਤੁਹਾਨੂੰ ਯਾਦ ਕਰਨੇ ਪੈਣਗੇ ਜੀਕੇ ਦੇ ਵਿੱਚ, ਤੁਸੀਂ ਸਮਝਦੇ ਹੋਵੋਗੇ ਇਸ ਚੀਜ਼ ਨੂੰ। ਤਾਂ ਇਸ ਤਰ੍ਹਾਂ ਬਹੁਤ ਹੈਲਪਫੁਲ ਰਹੇਗਾ ਇਹ ਚੀਜ਼, ਠੀਕ ਹੈ ਜੀ। ਤਾਂ ਇਹਦੇ ਵਿੱਚ ਆਪਣਾ ਮੈਮਰੀ ਮੈਥਡ ਦੇ ਵਿੱਚ ਕਾਫੀ ਕੁਝ ਸਿੱਖਣ ਵਾਲਾ ਹੈ। ਤੁਹਾਨੂੰ ਨਾਲ ਨਾਲ ਥੋੜੀਆਂ ਚੀਜ਼ਾਂ ਹੋਰ ਵੀ ਦੱਸੀਆਂ ਜਾਣਗੀਆਂ। ਤੁਸੀਂ ਇਹ ਸਾਰੀ ਦੀ ਸਾਰੀ ਇੱਕ ਵਾਰ ਸੀਰੀਜ਼ ਪੂਰੀ ਜ਼ਰੂਰ ਸੁਣੋ ਜੇ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ, ਚਾਹੇ ਤੁਸੀਂ ਐਕਸਾਈਜ਼ ਇੰਸਪੈਕਟਰ ਦੀ ਤਿਆਰੀ ਕਰ ਰਹੇ ਹੋ, ਚਾਹੇ ਤੁਸੀਂ ਸਬ ਇੰਸਪੈਕਟਰ ਦੀ ਤਿਆਰੀ ਕਰ ਰਹੇ ਹੋ, ਚਾਹੇ ਪੀਪੀਐਸਸੀ, ਯੂਪੀਐਸਸੀ ਦਾ ਜਿਹੜਾ ਮਰਜ਼ੀ ਪੇਪਰ ਹੈਗਾ, ਤੁਹਾਨੂੰ ਪੋਲਿਟੀ, ਹਿਸਟਰੀ, ਜਿਓਗ੍ਰਾਫੀ, ਕਰੰਟ ਅਫੇਅਰਸ, ਸਟ੍ਰੈਟੇਜੀ ਜੀਕੇ, ਮਿਸਲੇਨੀਅਸ ਜੀਕੇ, ਇਨਵਾਇਰਨਮੈਂਟ ਐਸੇ ਟੌਪਿਕਸ ਕਰਨੇ ਹੀ ਪੈਣਗੇ। ਹੁਣ ਉਸ ਤਰ੍ਹਾਂ ਦਾ ਡਾਟਾ ਜਦੋਂ ਪੜ੍ਹ ਰਹੇ ਹੁੰਦੇ ਹੋ, ਵਧੀਆ ਸਮਝ ਆ ਰਿਹਾ ਹੁੰਦਾ ਤੇ ਐਵੇਂ ਲੱਗ ਰਿਹਾ ਹੁੰਦਾ ਯਾਦ ਹੋ ਗਿਆ, ਪਰ ਉਹ ਹੁੰਦਾ ਨਹੀਂ, ਕਿਉਂਕਿ ਉਸ ਟਾਈਮ ਤੇ ਸਿਰਫ ਤੁਸੀਂ ਉਸ ਚੀਜ਼ ਨੂੰ ਦੇਖ ਰਹੇ ਹੋ। ਪੇਪਰ ਦੇ ਵਿੱਚ ਜਦੋਂ ਸਭ ਕੁਝ ਆ ਜਾਂਦਾ ਫਿਰ ਤੁਹਾਨੂੰ ਇਹ ਤਾਂ ਹੁੰਦਾ ਵੀ ਹਾਂ ਇਹ ਪੜ੍ਹਿਆ ਸੀ, ਪਰ ਇਹ ਨਹੀਂ ਸਮਝ ਆਉਂਦਾ ਵੀ ਇਹਦਾ ਇਹ ਸੀ ਕਿ ਇਹ ਸੀ, ਦੋ ਚ ਡਾਊਟਸ ਆਉਂਦਾ ਹੁੰਦਾ। ਤਾਂ ਮੈਮਰੀ ਮੈਥਡਸ ਦੀ ਇਹ ਸਾਰੀ ਦੀ ਸਾਰੀ ਸੀਰੀਜ਼ ਤੁਹਾਡੇ ਵਾਸਤੇ ਬਣਾਤੀ ਹੈ। ਨਾਲ ਨਾਲ ਤੁਹਾਨੂੰ ਹਰ ਲੈਕਚਰ ਦੇ ਵਿੱਚ ਜਿਹੜਾ ਹੈਗਾ ਦੱਸਿਆ ਜਾਏਗਾ ਵੀ ਇਹਦੇ ਵਿੱਚ ਐਵੇਂ ਯੂਜ਼ ਹੋ ਰਿਹਾ, ਐਵੇਂ ਯੂਜ਼ ਹੋ ਰਿਹਾ। ਜਲਦੀ ਤੋਂ ਜਲਦੀ ਫਰਸਟ ਸਟੈਪ ਤੁਹਾਡਾ ਇਹੀ ਹੋਣਾ ਚਾਹੀਦਾ ਕਿ ਤੁਸੀਂ ਇਹ ਸਾਰੀ ਦੀ ਸਾਰੀ ਚੰਗੀ ਤਰ੍ਹਾਂ ਕਵਰ ਕਰ ਲਓ, ਕਿਉਂਕਿ ਸਾਰੇ ਦੇ ਸਾਰੇ ਮੋਸਟ ਰਿਪੀਟਡ ਕੁਐਸਚਨਸ ਹੀ ਨੇ। ਜਿੰਨੇ ਵੀ ਅਸੀਂ ਮੈਮਰੀ ਮੈਥਡਸ ਬਣਾਏ ਨੇ ਉਹ ਸਾਰੇ ਦੇ ਸਾਰੇ ਮੋਸਟ ਰਿਪੀਟਡ ਜਾਂ ਮੋਸਟ ਐਕਸਪੈਕਟਡ ਜਾਂ ਕਹਿ ਲਓ ਮੋਸਟ ਇੰਪੋਰਟੈਂਟ ਕੁਐਸਚਨਸ ਹੀ ਨੇ, ਉਹ ਅਸੀਂ ਕਵਰ ਕਰਤੇ ਨੇ।
ਸਾਰੀ ਦੀ ਸਾਰੀ ਜੀਐਸ ਜਨਰਲ ਸਟੱਡੀਜ਼ ਜੀਕੇ ਕਵਰ ਕਰਤੀ ਹੈ। ਕਰੰਟ ਅਫੇਅਰਸ ਟਾਈਮ ਟੂ ਟਾਈਮ ਕਰਦੇ ਰਵਾਂਗੇ। ਵਿਸ਼ ਯੂ ਆਲ ਦ ਬੈਸਟ। ਥੈਂਕ ਯੂ।